सतनाम श्री वाहेगुरु साहिब जी। अर्जन हर गोबिंद नाम सिमरो श्री हर राय। श्री हर कृष्ण त्याईऐ जिस डिठे सब दुख जाए। सर्ब सुखा का दाता सतगुर ताकी सरनी पाइए। दर्शन पेटत होते आनंदा दुख गया हर गाइए। सो कहो टल गुर सेविया अहनस सहज सुभाए। दर्शन परसे गुरु कै जन्म मरण दुख जाए। होवै सिफत खसम दी नूरे अरसों कुरसों झट्टियै। तुद डिठे सच्चे पातशाह मल जन्म जन्म दी कट्टियै। सतनाम श्री वाहेगुरु साहिब जी। सोरठ महला पंजवा कार दूजा अष्टपदिया। एक ओंकार सतगुर प्रसाद। पाठ पढ़ियो अर वेद विचारियो। निवल प्यंगम साधे पंच जना सो संग न छुटक्यो। आदिक अम्बुद बादे पाठ पढ़ियो अर वेद विचारियो। निवल प्यंगम साधे पंच जना स्यों संग न छुटक्यो। आदिक अम्बुद बादे प्यारे निबिद मिलन ना जाई। मैं किए कर्म अनेका हार पर्यो स्वामी कै द्वारै। दीजै बुद्ध बबेका रहाओ। मोन भयो कर पाती रहो
ਨਗਨ ਫਿਰਿਓ ਬਨ ਮਾਹੀ ਤਟ ਤੀਰਥ ਸਭ ਧਰਤੀ ਭ੍ਰਮਿਓ ਦੁਬਦਾ ਛੁਟਕੈ ਨਾਹੀ ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰਵਤ ਤਰਾਏ ਮਨ ਕੀ ਮੈਲ ਨ ਉਤਰੈ ਇਹ ਬਿਦ ਜੇ ਲਖ ਜਤਨ ਕਰਾਏ ਕਨਕ ਕਾਮਨੀ ਹੈ ਵਰ ਗੈਵਰ ਬਹੁ ਬਿਦ ਦਾਨ ਦਾਤਾਰਾ ਅਨ ਬਸਤਰ ਭੂਮ ਬਹੁ ਅਰਪੇ ਨਹਿ ਮਿਲਿਐ ਹਰ ਦੁਆਰਾ ਪੂਜਾ ਅਰਚਾ ਬੰਧਨ ਡੰਡੌਤ ਖਾਟ ਕਰਮਾ ਰਤ ਰਹਿਤਾ ਹਉ ਹਉ ਕਰਤ ਬੰਧਨ ਮਹਿ ਪਰਿਆ ਨਹਿ ਮਿਲਿਐ ਇਹ ਜੁਗਤਾ ਜੋਗ ਸਿੱਧ ਆਸਨ 84 ਏ ਪੀ ਕਰ ਕਰ ਰਹਿਆ ਵਾਢੀ ਆਰਜਾ ਫਿਰ ਫਿਰ ਜਨਮੈ ਹਰ ਸਿਉ ਸੰਗ ਨਾ ਗਹਿਆ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ ਸੇਜ ਸੋਨੀ ਚੰਦਨ ਚੋਵਾ ਨਰਕ ਕੋਰ ਕਾ ਦਵਾਰਾ ਹਰ ਕੀਰਤ ਸਾਧ ਸੰਗਤ ਹੈ ਸਿਰ ਕਰ ਮਨ ਕੈ ਕਰਮਾ ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਣਾ ਤੇਰੋ ਸੇਵਕ ਇਹ ਰੰਗ ਮਾਤਾ ਪਇਓ ਕਿਰਪਾਲ ਦੀਨ ਦੁਖ ਭੰਜਨ ਹਰ ਹਰ ਕੀਰਤਨ ਹੋ ਮਨ ਰਾਤਾ ਤੇਰੋ ਸੇਵਕ ਇਹੋ ਰੰਗ ਮਾਤਾ ਪਇਓ ਕਿਰਪਾਲ ਦੀਨ ਦੁਖ ਭੰਜਨ ਹਰ ਹਰ ਕੀਰਤਨ ਹੋ ਮਨ ਰਾਤਾ ਰਹਾਉ ਦੂਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤ ਵਛਲ ਕਿਰਪਾ ਨਿਦਾਨ ਕੋਟ ਬ੍ਰਹਮੰਡਾ ਦੇ ਮਾਲਕ ਐਸੇ ਸਤਿਗੁਰੂ ਦੀਨਾਨਾਥ ਦੀਨ ਦਿਆਲ ਬੰਧੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਨਿੱਘੀ ਗੋਦ ਦਾ ਆਨੰਦ ਮਾਣ ਰਹੀ ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਅੱਜ ਅਸ਼ਟ ਬਲ ਬਾਲਾ ਪ੍ਰੀਤਮ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤਿੰਨਾਂ ਦਾ ਮਹਾਨ ਪ੍ਰਕਾਸ਼ ਦਿਹਾੜਾ ਹੈ। ਅੱਜ ਦੇ ਦਿਨ ਸਤਿਗੁਰੂ ਸਾਹਿਬਾਂ ਨੇ ਸ੍ਰੀ ਕੀਰਤਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਨੂੰ ਭਾਗ ਲਾਉਂਦਿਆਂ ਹੋਇਆਂ
ਦੀਨ ਦੁਨੀਆ ਦੇ ਮਾਲਕ ਸਤਵੇਂ ਨਾਨਕ ਧੰਨ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ। ਉਹਨਾਂ ਦੇ ਗ੍ਰਹਿ ਵਿਖੇ ਸਤਿਕਾਰਯੋਗ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖੋਂ ਸਾਉਣ ਵਦੀ 9ਵੀਂ ਸੰਮਤ 1713 7 ਜੁਲਾਈ 1656 ਈਸਵੀ ਨੂੰ ਮਾਤਾ ਜੀ ਦੀ ਕੁੱਖ ਨੂੰ ਭਾਗ ਲਾਉਂਦਿਆਂ ਹੋਇਆਂ ਸੰਸਾਰ ਦੇ ਜੀਵਾਂ ਦਾ ਭਲਾ ਕਰਨ ਵਾਸਤੇ ਸਤਿਗੁਰੂ ਸਾਹਿਬਾਂ ਨੇ ਸੋ ਕੀਰਤਪੁਰ ਸਾਹਿਬ ਦੀ ਧਰਤੀ ਉੱਤੇ ਪ੍ਰਕਾਸ਼ ਧਾਰਿਆ। ਸਤਿਗੁਰੂ ਸਾਹਿਬਾਂ ਨੇ ਇਸ ਸੰਸਾਰ ਦੇ ਜੀਵਾਂ ਦੇ ਜਿੰਨੇ ਵੀ ਦੁੱਖ ਸਨ ਉਹਨਾਂ ਨੂੰ ਹਰਿਆ। ਦੁਖੀ ਜੀਵਾਂ ਦੀ ਪੁਕਾਰ ਸੁਣਨ ਵਾਸਤੇ ਮਹਾਰਾਜ ਬਾਲਾ ਪ੍ਰੀਤਮ ਛੋਟੀ ਉਮਰੇ ਹੀ ਗੁਰੂ ਹਰਿਰਾਏ ਸਾਹਿਬ ਦੀ ਕਿਰਪਾ ਸਦਕਾ ਗੁਰਤਾ ਗੱਦੀ ਉੱਤੇ ਸੁਭਾਨਮਾਨ ਹੋਏ। ਇੱਕ ਵਾਰ ਕੀਰਤਪੁਰ ਸਾਹਿਬ ਦੀ ਧਰਤੀ ਉੱਤੇ ਬਹੁ ਗਿਣਤੀ ਦੇ ਵਿੱਚ ਸੰਗਤ ਪੁੱਛੀ। ਸੰਗਤ ਨੇ ਪਹੁੰਚ ਕਰਕੇ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਉੱਤੇ ਨਮਸਕਾਰ ਕੀਤੀ ਤੇ ਬੇਨਤੀ ਕੀਤੀ, ਮਹਾਰਾਜ ਆਪ ਜੀ ਦੇ 2 ਸਾਹਿਬਜ਼ਾਦੇ ਹਨ, ਵੱਡਾ ਸਾਹਿਬਜ਼ਾਦਾ ਬਾਬਾ ਰਾਮ ਰਾਏ ਜੀ ਅਤੇ ਛੋਟੇ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਹਨ। ਇਹਨਾਂ ਦੋਵਾਂ ਦੇ ਵਿੱਚੋਂ ਆਪ ਜੀ ਦੀ ਕਿਰਪਾ ਦੇ ਨਾਲ ਗੁਰੂ ਨਾਨਕ ਦੇ ਇਸ ਗੱਦੀ ਦਾ ਵਾਰਸ ਕੌਣ ਬਣੇਗਾ? ਤਾਂ ਉਸ ਸਮੇਂ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਇੱਕ ਸੂਈ ਜੋ ਹੈ ਇਹ ਗੁਰਸਿੱਖ ਨੂੰ ਪਕੜਾ ਕਰਕੇ ਨਾਲ ਸੰਗਤ ਨੂੰ ਭੇਜਿਆ ਤੇ ਬੇਨਤੀ ਸੰਗਤ ਦੀ ਪ੍ਰਵਾਨ ਕਰਦਿਆਂ ਹੋਇਆ ਮਹਾਰਾਜ ਨੇ ਬਚਨ ਕੀਤਾ ਕਿ ਦੋਨੋਂ ਹੀ ਸਾਹਿਬਜ਼ਾਦੇ ਆਪੋ ਆਪਣੇ ਕਮਰਿਆਂ ਦੇ ਵਿੱਚ ਪ੍ਰਭੂ ਬੰਦਗੀ ਦੇ ਵਿੱਚ ਲੀਨ ਹਨ। ਆਪ ਜੀਆਂ ਨੇ ਜਾ ਕਰਕੇ ਸੂਈ ਨੂੰ ਦੋਨਾਂ ਦੇ ਪਾਵਿਆਂ ਦੇ ਵਿੱਚ ਲਾਉਣਾ, ਜਿਸ ਦੇ ਪਾਵੇ ਦੇ ਵਿੱਚ ਮੌਮ ਦੀ ਤਰ੍ਹਾਂ ਇਹ ਸੂਈ ਵਿੱਚ ਚਲੀ ਜਾਵੇ ਉਹ ਗੁਰੂ ਨਾਨਕ ਦੀ ਗੁਰਤਾ ਗੱਦੀ ਦਾ ਮਾਲਕ ਹੋਵੇਗਾ। ਇਸੇ ਤਰ੍ਹਾਂ ਸੰਗਤ ਨਾਲ ਗਈ ਹੈ। ਗੁਰਸਿੱਖ ਨੇ ਜਾ ਕਰਕੇ ਵੱਡੇ ਸਾਹਿਬਜ਼ਾਦਾ ਬਾਬਾ ਰਾਮ ਰਾਏ ਜੀ ਜਿੱਥੇ ਉਹ ਮਾਲਕ ਦੀ ਬਾਤ ਦੇ ਵਿੱਚ ਜੁੜੇ ਹੋਏ ਸਨ ਉਹਨਾਂ ਦੇ ਪਲਗੇ ਨੂੰ ਸੂਈ ਲਾਉਣਾ ਕੀਤੀ, ਪਰ ਸੂਈ ਜਿਹੜੀ ਹੈ ਉਹ ਪਲਗੇ ਦੇ ਪਾਵੇ ਦੇ ਵਿੱਚ ਨਹੀਂ ਖੁੱਬੀ, ਉਹ ਠੋਸ ਰਿਹਾ। ਜਦੋਂ ਫਿਰ ਅੱਗੇ ਜਾ ਕਰਕੇ ਜਿੱਥੇ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨਿਜ ਸਰੂਪ ਦੇ ਵਿੱਚ ਮਹਾਰਾਜ ਪ੍ਰਭੂ ਬੰਦਗੀ ਦੇ ਵਿੱਚ ਲੀਨ ਸਨ, ਮਹਾਰਾਜ ਦੇ ਜਾ ਕਰਕੇ ਪੀੜੇ ਦੇ ਪਲੰਗੇ ਦੇ ਪਾਵੇ ਨੂੰ ਸੂਈ ਨੂੰ ਜਦੋਂ ਲਗਾਇਆ ਉਹ ਸਹਿਜੇ ਹੀ ਜਿਸ ਤਰ੍ਹਾਂ ਮੌਮ ਦੇ ਵਿੱਚ ਸੂਈ ਧਸ ਜਾਂਦੀ ਹੈ ਇਸੇ ਤਰ੍ਹਾਂ ਪਾਵ ਦੇ ਵਿੱਚ ਸੂਈ ਧਸ ਗਈ। ਸੰਗਤ ਨੇ ਨਮਸਕਾਰ ਕੀਤੀ, ਜਾ ਕਰਕੇ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਛੋਟੇ ਸਾਹਿਬਜ਼ਾਦਾ ਬਾਲਾ ਪ੍ਰੀਤਮ ਸ੍ਰੀ ਹਰਿਕ੍ਰਿਸ਼ਨ ਜੀ ਤਿੰਨਾਂ ਦੇ ਪਾਵੇ ਦੇ ਵਿੱਚ ਸੂਈ ਹੈ ਮੌਮ ਦੀ ਤਰ੍ਹਾਂ ਚਲੀ ਗਈ ਹੈ। ਤੇ ਮਹਾਰਾਜ ਨੇ ਫਿਰ ਸੰਗਤ ਨੂੰ ਦੱਸਣਾ ਕੀਤਾ ਕਿ ਸੰਗਤ ਜੀ ਇਹ ਤੁਹਾਡੇ ਪ੍ਰੇਸ਼ਨ ਦਾ ਉੱਤਰ ਹੈ। ਐਸੇ ਕੌਤਕ ਕਰਦਿਆਂ ਹੋਇਆਂ 5 ਸਾਲ ਅਤੇ 2 ਮਹੀਨੇ 18 ਦਿਨ ਦੀ ਆਯੂ ਦੇ ਵਿੱਚ ਬਾਲਾ ਪ੍ਰੀਤਮ ਜੀ ਗੁਰੂ ਨਾਨਕ ਦੀ ਗੁਰਤਾ ਗੱਦੀ ਦੇ ਵਾਰਸ ਬਣੇ। 6ਵੇਂ ਪਾਤਸ਼ਾਹ ਮਹਾਰਾਜ 11 ਸਾਲ ਦੀ ਉਮਰ ਦੇ ਵਿੱਚ ਗੁਰਤਾ ਗੱਦੀ ਉੱਤੇ ਸੁਭਾਇਮਾਨ ਹੋਏ ਸਨ। 10ਵੇਂ ਪਾਤਸ਼ਾਹ ਮਹਾਰਾਜ 9 ਸਾਲ ਦੀ ਛੋਟੀ ਆਯੂ ਦੇ ਵਿੱਚ ਗੁਰਤਾ ਗੱਦੀ ਦੇ ਵਿੱਚ ਸੁਭਾਇਮਾਨ ਹੋਏ ਸਨ। ਸਭ ਤੋਂ ਛੋਟੀ ਆਯੂ ਜੋ ਹੈ ਉਹ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ 5 ਸਾਲ 2 ਮਹੀਨੇ ਤੇ 18 ਦਿਨ ਦੀ ਜੋ ਹੈ ਮਹਾਰਾਜ ਦੀ ਆਯੂ ਹੈ। ਆਪ ਜੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦੀ ਗੁਰਤਾ ਗੱਦੀ ਦੇ ਮਾਲਕ ਬਣੇ। ਸਮੇਂ ਦੇ ਜੋ ਪੰਡਤ ਸਨ ਉਹਨਾਂ ਨੇ ਮਨ ਦੇ ਵਿੱਚ ਖਿਆਲ ਲਿਆਂਦਾ ਕਿ ਗੁਰੂ ਨਾਨਕ ਦਾ ਘਰ ਬੜਾ ਵੱਡਾ ਹੈ, ਇੱਕ ਛੋਟਾ ਜਿਹਾ ਬਾਲਕ ਜੋ ਹੈ ਗੁਰਤਾ ਗੱਦੀ ਉੱਤੇ ਬੈਠ ਗਿਆ ਹੈ। ਹੁਣ ਛੋਟੀ ਅਵਸਥਾ ਦੇ ਵਿੱਚ 6ਵੇਂ ਪਾਤਸ਼ਾਹ ਮਹਾਰਾਜ ਵੀ 11 ਸਾਲ ਦੀ ਆਯੂ ਦੇ ਵਿੱਚ 6ਵੇਂ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਬਣਦੇ ਹਨ।
ਤੇ ਬਾਅਦ ਦੇ ਵਿੱਚ 9 ਸਾਲ ਦੀ ਆਯੂ ਦੇ ਵਿੱਚ 10ਵੇਂ ਪਾਤਸ਼ਾਹ ਮਹਾਰਾਜ ਵੀ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਬਣਦੇ ਹਨ। ਪਰ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਬਾਲਾ ਪ੍ਰੀਤਮ ਇਸੇ ਕਰਕੇ ਕਿਹਾ ਜਾਂਦਾ ਹੈ। ਬਚਪਨ ਦੇ ਵਿੱਚ ਗੁਰਤਾ ਗੱਦੀ ਦੇ ਵਿੱਚ ਬੈਠ ਕਰਕੇ ਛੋਟੀ ਹੀ ਬਚਪਨ ਦੀ ਅਵਸਥਾ ਦੇ ਵਿੱਚ ਹੀ ਗੁਰਪੁਰੀ ਨੂੰ ਪਿਆਨਾ ਕੀਤਾ ਹੈ। 7 ਸਾਲ ਅਤੇ ਕੁਝ ਮਹੀਨੇ ਦੀ ਆਯੂ ਸੀ ਜਦੋਂ ਮਹਾਰਾਜ ਗੁਰਪੁਰੀ ਨੂੰ ਪਿਆਨਾ ਕਰ ਗਏ। ਦਿੱਲੀ ਦੇ ਜੀਵਾਂ ਦਾ ਭਲਾ ਕਰਦਿਆਂ ਮਹਾਰਾਜ ਨੇ ਇਹ ਕੌਤਕ ਕਿਉਂ ਵਰਤਾਇਆ? ਇੱਕ ਇਹ ਛਾਪ ਛੱਡਣੀ ਸੀ ਸੰਸਾਰ ਦੇ ਉੱਤੇ ਕਿ ਗੁਰੂ ਜਿਹੜਾ ਹੈ ਉਹ ਸਰੀਰ ਕਰਕੇ ਵੱਡਾ ਨਹੀਂ ਹੋਇਆ ਕਰਦਾ, ਇਹ ਕਾਇਆ ਕਰਕੇ ਵੱਡਾ ਨਹੀਂ ਹੋਇਆ ਕਰਦਾ, ਗੁਰੂ ਜੋਤ ਕਰਕੇ ਪ੍ਰਗਟ ਹੁੰਦਾ ਹੈ। ਉਹ ਜੋਤ ਚਾਹੇ 80 ਸਾਲ ਦੇ ਬਾਬੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਾਰਗ ਦੇ ਵਿੱਚ ਪ੍ਰਗਟ ਹੋ ਜਾਵੇ ਤੇ ਚਾਹੇ 5 ਸਾਲ ਦੇ ਛੋਟੇ ਜਿਹੇ ਬਾਲਕ ਕਾਇਆ ਕਰਕੇ ਸਰੀਰ ਕਰਕੇ ਛੋਟੇ ਬਾਲਕ ਸ੍ਰੀ ਹਰਿਕ੍ਰਿਸ਼ਨ ਦੇ ਵਿੱਚ ਪ੍ਰਗਟ ਹੋ ਜਾਵੇ। ਗੱਲ ਹੈ ਗੁਰੂ ਦੀ ਜੋਤ ਦੀ। ਗੁਰੂ ਨਾਨਕ ਦੇ ਘਰ ਦੀ ਜਿਹੜੀ ਜੋਤ ਹੈ ਉਹ ਜਿਸ ਸਰੀਰ ਦੇ ਵਿੱਚ ਪ੍ਰਗਟ ਹੁੰਦੀ ਹੈ, ਉਹ ਭਾਵੇਂ ਆਜੂ ਵਿੱਚ ਛੋਟਾ ਹੋਵੇ ਭਾਵੇਂ ਵੱਡਾ ਹੋਵੇ, ਉਹ ਸੰਸਾਰ ਉੱਤੇ ਇੱਕ ਚਾਨਣ ਮਨਾਰਾ ਬਣ ਕਰਕੇ ਫੈਲਦਾ ਹੈ। ਸੰਸਾਰ ਦੇ ਤੋਂ ਪਾਪਾਂ ਦੇ ਹਨੇਰੇ ਨੂੰ ਦੂਰ ਕਰਦਾ ਹੈ, ਦੁੱਖਾਂ ਦੇ ਹਨੇਰੇ ਨੂੰ ਦੂਰ ਕਰਦਾ ਹੈ। ਐਸੀ ਇਹ ਗੁਰੂ ਨਾਨਕ ਦੇ ਘਰ ਦੀ ਵਡਿਆਈ, ਇਹ ਗੁਰੂ ਨਾਨਕ ਦੇ ਘਰ ਦੀ ਜੋਤ ਬਾਲਾ ਪ੍ਰੀਤਮ ਜੀ ਦੇ ਛੋਟੇ ਜਿਹੇ ਇਸ ਅਵਸਥਾ ਦੇ ਵਿੱਚ ਆਈ। ਹੁਣ 5 ਸਾਲ ਦੀ ਆਯੂ ਜੋ ਹੈ ਬੱਚੇ ਦੀ ਉਹ ਖੇਡਣ ਦੀ ਹੁੰਦੀ ਹੈ, ਖਿਡੌਣਿਆਂ ਦੇ ਨਾਲ ਖੇਡਣ ਦੀ ਆਯੂ ਹੈ। ਪਰ ਆਪ ਜੀ ਦੇ ਬੜੇ ਵੱਡੇ ਖਿਆਲ ਹਨ। ਜੋ ਮੱਤ ਉਹ ਗੁਰੂ ਨਾਨਕ ਦੇ ਘਰ ਦੀ ਜੋਤ ਦੀ ਵਰਤ ਰਹੀ ਹੈ, ਖਿਆਲ ਬੜੇ ਵੱਡੇ ਹਨ। ਖਿਆਲ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਵਾਲੇ, ਖਿਆਲ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਵਾਲੇ, ਪਹਿਲੀਆਂ 7 ਪਾਤਸ਼ਾਹੀਆਂ ਵਾਲੇ ਖਿਆਲ ਇਸ ਛੋਟੇ ਜਿਹੇ ਬਾਲਕ ਜਿਸ ਨੂੰ ਕਾਇਆ ਕਰਕੇ ਪੰਡਤ ਲੋਕ ਸਮਝਦੇ ਹਨ ਪ੍ਰਗਟ ਹੋਏ। ਮੇਰੇ ਪਾਤਸ਼ਾਹ ਦੀਨ ਦੁਨੀਆ ਦਾ ਭਲਾ ਕਰਦਿਆਂ ਹੋਇਆਂ ਪਾਲਕੀ ਵਿੱਚ ਸਵਾਰ ਹੋ ਕਰਕੇ ਕੀਰਤਪੁਰ ਸਾਹਿਬ ਦੀ ਧਰਤੀ ਉੱਤੇ ਇੱਕ ਸਥਾਨ ਤੋਂ ਦੂਜੇ ਸਥਾਨ ਨੂੰ ਜਾ ਰਹੇ ਸਨ। ਪੰਡਤਾਂ ਨੇ ਇੱਕ ਜੋ ਬੜਾ ਜ਼ਿਆਦਾ ਕੋੜੀ ਸੀ, ਦੁਖਿਆਰੀ ਸੀ, ਜਿੰਦੇ ਸਾਰੇ ਸਰੀਰ ਉੱਤੇ ਕੋੜ ਹੋਇਆ ਸੀ, ਉਹਨੂੰ ਸਿਖਾ ਕਰਕੇ ਕਿ ਤੇਰਾ ਜੋ ਕੋੜ ਦਾ ਦੁੱਖ ਹੈ, ਦਲਿੱਦਰ ਹੈ, ਇਹ ਰੋਗ ਹੈ, ਇਹ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੂਰ ਕਰਨਗੇ। ਕਿ ਮਹਾਰਾਜ ਦਾ ਬਾਅਦ ਵਿੱਚ ਮਜ਼ਾਕ ਉਡਾਇਆ ਜਾ ਸਕੇ ਕਿ ਇਹ ਯੋਗ ਹੈ ਜਾਂ ਨਹੀਂ ਯੋਗ। ਸਤਿਗੁਰੂ ਸਾਹਿਬਾਂ ਦੇ ਪਾਲਕੀ ਦੇ ਅੱਗੇ ਆ ਕਰਕੇ ਕੋੜੀ ਵਰਲਾਪ ਕਰਨ ਲੱਗਾ, ਮਹਾਰਾਜ ਮੇਰਾ ਕੋੜ ਦਾ ਦੁੱਖ ਜਿਹੜਾ ਹੈ ਇਹ ਆਪ ਜੀ ਦੂਰ ਕਰੋ। ਗੁਰੂ ਨਾਨਕ ਦਾ ਘਰ ਸਦਾ ਹੀ ਜੋ ਹੈ ਇਹ ਦੁਖੀਆਂ ਦੇ ਦਰਦਾਂ ਨੂੰ ਨਿਵਰਤ ਕਰਦਾ ਆਇਆ ਹੈ। ਮਹਾਰਾਜ ਆਪ ਦੀ ਕਿਰਪਾ ਕਰੋ। ਆਪ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਦਾ ਰੂਪ ਹੋ। ਆਪ ਆਪਣਾ ਬਿਰਦ ਜਾਣਦਿਆਂ ਹੋਇਆ ਮਹਾਰਾਜ ਮੇਰੇ ਕੋੜ ਦੇ ਰੋਗ ਨੂੰ ਦੂਰ ਕਰੋ। ਸਤਿਗੁਰੂ ਸਾਹਿਬ ਜੀ ਬਾਲਾ ਪ੍ਰੀਤਮ ਦਇਆ ਦੇ ਘਰ ਦੇ ਵਿੱਚ ਆਏ। ਆਪਣੇ ਕੋਮਲ ਜਿਹੇ ਹੱਥਾਂ ਦੇ ਨਾਲ ਛੋਟੇ ਜਿਹੇ ਖੀਸੇ ਦੇ ਵਿੱਚੋਂ ਮਹਾਰਾਜ ਨੇ ਆਪਣਾ ਚਿਹਰੇ ਨੂੰ ਸਾਫ਼ ਕਰਨ ਵਾਲਾ ਪਾਵਨ ਪਵਿੱਤਰ ਰੁਮਾਲ ਕੱਢ ਕੇ ਇਸ ਕੋੜੀ ਦੇ ਹੱਥਾਂ ਦੇ ਵਿੱਚ ਫੜਾ ਦਿੱਤਾ। ਕਹਿਣ ਲੱਗੇ ਨੂੰ ਜਲ ਦੇ ਡੁਬੋ ਕਰਕੇ ਜਲ ਛਕਣਾ ਕਰ। ਉਸੇ ਟਾਈਮ ਜਲ ਵੇ ਰੁਮਾਲ ਨੂੰ ਡੁਬੋ ਕਰਕੇ ਜਲ ਨੂੰ ਛਕਿਆ। ਰੁਮਾਲ ਵਾਲੇ ਜਲ ਨੂੰ ਛਕਿਆ ਤੇ ਮਹਾਰਾਜ ਕਹਿਣ ਲੱਗੇ ਸਰੀਰ ਦੇ ਉੱਤੇ ਹੁਣ ਗਿੱਲਾ ਰੁਮਾਲ ਫੇਰਦਾ ਚੱਲ। ਜਲ ਨੂੰ ਛਕਿਆ, ਹਿਰਦੇ ਨੂੰ ਸ਼ਾਂਤੀ ਮਿਲੀ, ਜੋ ਦਰਦ ਸੀ ਕੋੜ ਦਾ ਉਹ ਨਿਵਰਤ ਹੋ ਗਿਆ। ਹੁਣ ਗਿੱਲਾ ਰੁਮਾਲ ਸਤਿਗੁਰੂ ਸਾਹਿਬਾਂ ਦੇ ਪਾਵਨ ਪਵਿੱਤਰ ਚਿਹਰੇ ਵਾਲਾ ਜਦੋਂ ਆਪਣੇ ਚਿਹਰੇ ਉੱਤੇ ਜਿੱਥੇ ਜਿੱਥੇ ਕੋੜ ਹੈ ਜਿਉਂ-ਜਿਉਂ ਫੇਰਦਾ ਹੈ ਥੱਲਿਓਂ ਕੰਚਨ ਵਰਗੀ ਸੋਨੇ ਵਰਗੀ ਦੇਹੀ ਇਸ ਨੂੰ ਪ੍ਰਾਪਤ ਹੋਈ। ਮਹਾਰਾਜ ਦੇ ਚਰਨਾਂ ਦਾ ਭਗਤਾ ਬਣਿਆ, ਗੁਰੂ ਘਰ ਦਾ ਸੇਵਕ ਬਣਿਆ। ਪੰਡਤ ਉਸ ਸਮੇਂ ਦੇ ਪੰਡਤ ਜੋ ਪਾਉਂਦੇ ਸਨ, ਛਲੀ ਸਨ, ਕਪਟੀ ਸਨ, ਉਹਨਾਂ ਨੂੰ ਮੂੰਹ ਦੀ ਮਾਰ ਪਈ। ਐਸੇ ਦਾਤਾ ਜੀ ਜੀਵਾਂ ਦਾ ਭਲਾ ਕਰਦੇ ਹਨ। ਸਤਿਗੁਰੂ ਸਾਹਿਬਾਂ ਦੇ ਵੱਡੇ ਭਰਾਤਾ
ਬਾਬਾ ਰਾਮ ਰਾਏ ਜੀ, ਜਿਨ੍ਹਾਂ ਨੂੰ ਇਹ ਗੱਲ ਦਾ ਪਤਾ ਲੱਗਾ ਤੇ ਬੜਾ ਜ਼ਿਆਦਾ ਮਨ ਦੇ ਵਿੱਚ ਸਾੜਾ ਆਇਆ, ਬੜਾ ਜ਼ਿਆਦਾ ਕ੍ਰੋਧ ਆਇਆ, ਕਿਉਂਕਿ ਪਹਿਲਾਂ ਹੀ ਬੜਾ ਜ਼ਿਆਦਾ ਕ੍ਰੋਧਵਾਨ ਸਨ, ਕਿਉਂਕਿ ਗੁਰਤਾ ਗੱਦੀ ਉੱਤੇ ਵੱਡੇ ਪੁੱਤਰ ਹੋਣ ਦੇ ਨਾਤੇ ਤੇ ਸੰਸਾਰਕ ਤੌਰ ਤੇ ਆਪਣਾ ਹੱਕ ਸਮਝਦੇ ਸਨ। ਪਰ ਇਹ ਗੁਰੂ ਨਾਨਕ ਦੇ ਘਰ ਦੀ ਵਡਿਆਈ ਹੈ, ਇਹ ਤਾਂ ਸੇਵਾ ਤੇ ਭਾਵਨਾ ਤੇ ਨਿਮਰਤਾ ਦੇ ਨਾਲ ਪ੍ਰਾਪਤ ਹੁੰਦੀ ਹੈ। ਔਰੰਗਜ਼ੇਬ ਦੇ ਕੋਲ ਦਿੱਲੀ ਦੇ ਜਾ ਕਰਕੇ ਬਾਬਾ ਰਾਮ ਰਾਏ ਜਾ ਕੇ ਫਰਿਆਦੀ ਹੋਇਆ, ਜੀ ਮੇਰਾ ਹੱਕ ਸੀ ਗੁਰੂ ਨਾਨਕ ਦੀ ਗੱਦੀ ਦੇ ਉੱਤੇ, ਹਕੂਮਤ ਜੋ ਹੈ ਔਰੰਗੇ ਬਾਦਸ਼ਾਹ ਔਰੰਗਜ਼ੇਬ ਦੀ ਹੈ। ਜਾ ਕਰਕੇ ਫਰਿਆਦੀ ਹੋਇਆ ਕਿ ਮੇਰਾ ਹੱਕ ਮੇਰੇ ਛੋਟੇ ਭਰਾਤਾ ਨੂੰ ਮਿਲਿਆ ਹੈ, ਮੇਰਾ ਹੱਕ ਮੈਨੂੰ ਮਿਲਣਾ ਚਾਹੀਦਾ ਹੈ। ਕਿਉਂਕਿ ਜਦੋਂ ਔਰੰਗਜ਼ੇਬ ਨੇ ਪਹਿਲਾਂ ਮੁਸਲਮਾਨਾਂ ਨੂੰ, ਜੋ ਹਿੰਦੂ ਭਰਾਵਾਂ ਨੂੰ ਮੁਸਲਮਾਨ ਬਣਾਉਣਾ ਸ਼ੁਰੂ ਕੀਤਾ ਸੀ, ਉਦੋਂ ਪੂਰੇ ਇਹ ਜ਼ੋਰ ਦੇ ਨਾਲ ਨਹੀਂ ਸੀ ਕਰ ਰਿਹਾ, ਪਰ ਜਿੰਨਾ ਕੁ ਹੁੰਦਾ ਸੀ ਉਸ ਤਰੀਕੇ ਨਾਲ ਇਹ ਕਰ ਲਿਆ ਸੀ। ਇਸ ਨੇ ਮਨ ਦੇ ਵਿੱਚ ਵਿਆਉਤ ਸੁੱਝੀ ਕਿ ਗੁਰੂ ਨਾਨਕ ਦੇ ਘਰ ਦੇ ਨਾਲ ਬੜੀ ਸੰਗਤ ਜੁੜੀ ਹੈ, ਕਿਉਂ ਨਾ ਗੁਰੂ ਨਾਨਕ ਦੇ ਘਰ ਨੂੰ ਇਸਲਾਮ ਧਰਮ ਦੇ ਨਾਲ ਜੋੜ ਲਿਆ ਜਾਵੇ ਤੇ ਸਹਿਜੇ ਹੀ ਬੜੇ ਜ਼ਿਆਦਾ ਮੁਸਲਮਾਨ ਬਣਾ ਲਏ ਜਾਣਗੇ। ਤਾਂ ਉਸ ਸਮੇਂ ਔਰੰਗਜ਼ੇਬ ਨੇ ਗੁਰੂ ਹਰਿਰਾਏ ਸਾਹਿਬ ਮਹਾਰਾਜ ਨੂੰ ਦਰਸ਼ਨਾਂ ਦੇ ਲਈ ਬੇਨਤੀ ਪੱਤਰ ਲਿਖ ਕੇ ਭੇਜਿਆ ਸੀ। ਸਤਿਗੁਰੂ ਸਾਹਿਬਾਂ ਨੇ ਬਚਨ ਕੀਤਾ ਸੀ, ਨਹਿ ਮਲੇਸ਼ ਕੋ ਦਰਸ਼ਨ ਦੇ ਹੈ, ਕਿ ਅਸੀਂ ਮਲੇਸ਼ ਪਾਪੀ ਨੂੰ ਇਹਨੂੰ ਦਰਸ਼ਨ ਨਹੀਂ ਦੇਣੇ। ਇਹਨੇ ਆਪਣੇ ਭਰਾ ਦਾ ਸਿਰ ਵੱਢ ਕਰਕੇ ਈਦ ਵਾਲੇ ਦਿਨ ਆਪਣੇ ਪਿਤਾ ਨੂੰ ਜੋ ਤੋਹਫੇ ਵਜੋਂ ਦਿੱਤਾ ਹੈ, ਆਪਣੇ ਪਿਤਾ ਨੂੰ ਕੈਦ ਕਰਕੇ ਭੁੱਖੇ ਤੇ ਪਿਆਸੇ ਰੱਖ ਕਰਕੇ ਮਾਰਿਆ ਹੈ। ਹੋਰ ਬੜੇ ਜ਼ਾਲਮ ਪਾਪੀ ਨੇ ਪਾਪ ਕੀਤੇ ਹਨ, ਐਸੇ ਪਾਪੀ ਦੇ ਮੱਥੇ ਨਹੀਂ ਲੱਗਣਾ। ਅਖੀਰੀ ਔਰੰਗਜ਼ੇਬ ਦੀਆਂ ਬੇਨਤੀਆਂ ਤੇ ਬਾਬਾ ਰਾਮ ਰਾਏ ਨੂੰ ਛੜੀ ਦੇ ਕਰਕੇ ਮਹਾਰਾਜ ਨੇ ਘੱਲਿਆ ਸੀ। ਤਾਂ ਉਸ ਸਮੇਂ 72 ਕਰਾਮਾਤਾਂ ਇਤਿਹਾਸ ਵਿੱਚ ਲਿਖੀਆਂ ਹਨ, ਜੋ ਬਾਬਾ ਰਾਮ ਰਾਏ ਨੇ ਦਿੱਲੀ ਦੇ ਵਿੱਚ ਵਿਖਾਈਆਂ। 72 ਕਰਾਮਾਤਾਂ ਲੈ ਕਰਕੇ ਗਏ ਹਨ। ਸੰਸਾਰ ਉੱਤੇ ਸ੍ਰੀ ਰਾਮਚੰਦਰ ਜੀ ਜੋ ਹਨ ਉਹ 12 ਕਲਾ ਅਵਤਾਰ ਹੋਏ। 2 ਕਲਾ ਪਰਸਰਾਮ ਤੋਂ ਲੈ ਕਰਕੇ 14 ਕਲਾ ਸੰਪੂਰਨ ਅਵਤਾਰ ਬਣੇ। ਇਸੇ ਤਰ੍ਹਾਂ ਕ੍ਰਿਸ਼ਨ ਜੀ ਜੋ ਹਨ ਉਹ 16 ਕਲਾ ਅਵਤਾਰ ਪੂਰਨ ਹੋਏ। ਪਰ ਬਾਬਾ ਰਾਮ ਰਾਏ ਨੂੰ 7ਵੇਂ ਪਾਤਸ਼ਾਹ ਮਾਰੇ 72 ਕਲਾ ਦੇ ਕਰਕੇ ਦਿੱਲੀ ਵਿੱਚ ਕੌਤਕ ਵਿਖਾਉਣ ਵਾਸਤੇ ਭੇਜਦੇ ਹਨ। ਐਸੀ ਹੈ ਗੁਰੂ ਨਾਨਕ ਦੇ ਘਰ ਦੀ ਵਡਿਆਈ। ਤਾਂ 72 ਕਲਾ ਦਿਖਾ ਕਰਕੇ ਅਨੇਕਾਂ ਕਲਾ ਦਿਖਾਈਆਂ। ਪਾਣੀ ਉੱਤੇ ਤੁਰੇ ਬੇਮੌਸਮੇ ਫਲ, ਜਿਸ ਤਰ੍ਹਾਂ ਸਿਆਲ ਦੇ ਵਿੱਚ ਅੰਬ ਕਿਤੇ ਨਹੀਂ ਮਿਲਦੇ, ਪੋਹ ਮਾਹ ਦੇ ਦਿਨਾਂ ਦੇ ਵਿੱਚ ਅੰਬ ਜੋ ਹਨ ਉਹ ਔਰੰਗਜ਼ੇਬ ਨੂੰ ਖਵਾਏ। ਹੋਰ ਕਈ ਤਰ੍ਹਾਂ ਦੀਆਂ ਉਹਨੇ ਪ੍ਰੀਖਿਆਵਾਂ ਲਈਆਂ। ਬਾਬਾ ਰਾਮ ਰਾਏ ਜੀ ਸਾਰੀਆਂ ਕਰਾਮਾਤਾਂ ਵਿੱਚ ਪੂਰੇ ਉਤਰੇ ਸਨ। ਇਸੇ ਤਰ੍ਹਾਂ ਰਾਮ ਰਾਏ ਦਾ ਬੜਾ ਪ੍ਰਭਾਵ ਸੀ। ਪਰ ਜਦੋਂ ਇਹ ਬਚਨ ਹੋਇਆ, ਔਰੰਗਜ਼ੇਬ ਨੇ ਪ੍ਰਸ਼ਨ ਕੀਤਾ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ ਗੁਰਬਾਣੀ ਵਿੱਚ ਲਿਖਿਆ ਹੈ, ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਘੜ ਭਾਂਡੇ ਇੱਟਾਂ ਕੀਆ ਜਲਦੀ ਕਰੇ ਪੁਕਾਰ। ਇਹਦਾ ਕੀ ਅਰਥ ਹੈ? ਕਿਉਂਕਿ ਸੁਣਨ ਦੇ ਵਿੱਚ ਆਇਆ ਹੈ ਗੁਰੂ ਨਾਨਕ ਦਾ ਘਰ ਕਿਸੇ ਦੀ ਨਿੰਦਾ ਨਹੀਂ ਕਰਦਾ, ਤੇ ਇਸਲਾਮ ਦੀ ਨਿੰਦਾ ਕਿਉਂ? ਤਾਂ ਉਸ ਸਮੇਂ ਬਾਬਾ ਰਾਮ ਰਾਏ ਜੀ ਥੋੜਾ ਜਿਹਾ ਡੋਲ ਗਏ ਤੇ ਕਹਿਣ ਲੱਗੇ, ਨਹੀਂ ਜੀ, ਲਿਖਣ ਵਾਲੇ ਨੇ ਲਿਖ ਦਿੱਤਾ ਹੈ ਮਿੱਟੀ ਮੁਸਲਮਾਨ ਕੀ। ਇੱਥੇ ਸ਼ਬਦ ਜੋ ਹੈ ਉਹ ਮਿੱਟੀ ਬੇਈਮਾਨ ਕੀ ਹੈ। ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਇਹਨਾਂ ਗੱਲਾਂ ਦਾ ਪਤਾ ਲੱਗਾ। ਸਤਿਗੁਰੂ ਸਾਹਿਬਾਂ ਨੇ ਸਹਿ ਸੁਭਾਏ ਬਚਨ ਕਰ ਦਿੱਤਾ, ਜਿਹੜਾ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦੀ ਬਾਣੀ ਦਾ ਨਿਰਾਦਰ ਕਰਦਾ ਹੈ ਉਹ ਸਾਡਾ ਕੋਈ ਨਹੀਂ ਲੱਗਦਾ। ਰਾਮ ਰਾਏ, ਜਿੱਧਰ ਨੂੰ ਤੇਰਾ ਮੂੰਹ ਹੈ ਉੱਧਰ ਨੂੰ ਚਲਾ ਜਾ, ਸਾਡੇ ਮੱਥੇ ਨਾ ਲੱਗੀ। ਸਦਾ ਲਈ ਆਪਣੇ ਪੁੱਤਰ ਨੂੰ ਤਿਆਗ ਦਿੱਤਾ। ਬਾਬਾ ਰਾਮ ਰਾਏ ਜੀ ਉਦੋਂ ਫਿਰ ਦੇਹਰਾਦੂਨ ਦੀਆਂ ਪਹਾੜੀਆਂ ਨੂੰ ਚਲੇ ਗਏ। ਸੋ ਇਸੇ ਤਰ੍ਹਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਫਿਰ ਜੋ ਹੈ ਰਾਮ ਰਾਏ ਔਰੰਗਜ਼ੇਬ ਨੂੰ ਭੜਕਾ ਕਰਕੇ ਜੋ ਚਿੱਠੀ ਪੱਤਰ ਹੈ ਲਿਖਵਾਉਂਦਾ ਹੈ। ਇਸੇ ਤਰ੍ਹਾਂ ਰਾਜਾ ਜੈ ਸਿੰਘ ਫਿਰ ਹੈ ਜੋ ਉਹ ਆਪਣੇ ਵਜ਼ੀਰ ਸਲਾਹਕਾਰ ਨੂੰ ਸਤਿਗੁਰੂ ਸਾਹਿਬਾਂ ਦੇ ਕੋਲ 50 ਘੋੜ ਸਵਾਰ ਅਤੇ ਕਈ ਨਜਰਾਨੇ ਭੇਟਾ ਦੇ ਕਰਕੇ ਭੇਜਦਾ ਹੈ। ਨਾਲ ਬੇਨਤੀ ਕਰਦਾ ਹੈ, ਮਹਾਰਾਜ ਦਿੱਲੀ ਦੀ ਸੰਗਤ ਨੂੰ ਆ ਕਰਕੇ ਆਪ ਜੀ ਦਰਸ਼ਨ ਦਿਦਾਰੇ ਦੇਣਾ ਕਰਨਾ ਕਰੋ।
ਸੋ ਸਤਿਗੁਰੂ ਸਾਹਿਬਾਂ ਦੇ ਕੋਲ ਰਾਜਾ ਜੈ ਸਿੰਘ ਦਾ ਵਜ਼ੀਰ ਪਰਸਰਾਮ ਮਹਾਰਾਜ ਦੇ ਕੋਲ ਪਹੁੰਚਦਾ ਹੈ। ਸਤਿਗੁਰੂ ਸਾਹਿਬਾਂ ਦੇ ਜਦੋਂ ਕੋਲ ਇਹ ਕੀਰਤਪੁਰ ਸਾਹਿਬ ਪਹੁੰਚਦਾ ਹੈ, ਮਾਤਾ ਕ੍ਰਿਸ਼ਨ ਕੌਰ ਜੀ ਨੇ ਇਹਨਾਂ ਦਾ ਉਤਾਰਾ ਕਰਵਾਇਆ, ਰਸਤ ਬਸਤ ਲੰਗਰ ਵਾਸਤੇ ਦਿੱਤੀ, ਸਤਿਕਾਰ ਕੀਤਾ, ਅਖੀਰੀ ਬੇਨਤੀ ਕੀਤੀ। ਮਹਾਰਾਜ ਸੰਗਤ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਬਾਲਾ ਪ੍ਰੀਤਮ ਦਿੱਲੀ ਵੱਲ ਨੂੰ ਚੱਲੇ। ਰਾਜਾ ਜੈ ਸਿੰਘ ਨੇ ਆਪਣੇ ਬੰਗਲੇ ਦੇ ਵਿੱਚ ਸਤਿਗੁਰੂ ਸਾਹਿਬਾਂ ਦਾ ਅਵਤਾਰਾ ਕਰਵਾਇਆ, ਜਿਹਨੂੰ ਅੱਜ ਬੰਗਲਾ ਸਾਹਿਬ ਗੁਰਦੁਆਰਾ ਕਹਿ ਕੇ ਆਪਾਂ ਦਰਸ਼ਨ ਦਿਦਾਰੇ ਕਰਦੇ ਹਾਂ। ਬੰਗਲਾ ਸਾਹਿਬ ਸਤਿਗੁਰੂ ਸਾਹਿਬ ਜੀ ਪਹੁੰਚੇ ਹਨ। ਮਹਾਰਾਜ ਨੇ ਰਾਣੀਆਂ ਦਾ ਭਰਮ ਚੋਂ ਤੋੜਿਆ। ਜੋ ਰਾਜਾ ਜੈ ਸਿੰਘ ਦੀ ਪਟਰਾਣੀ ਸੀ, ਸਤਿਗੁਰੂ ਸਾਹਿਬਾਂ ਦੀ ਪ੍ਰੀਖਿਆ ਲੈਣ ਵਾਸਤੇ ਦੂਜੀਆਂ ਰਾਣੀਆਂ ਨੂੰ ਸੋਹਣੇ ਬਸਤਰ ਪਵਾ ਦਿੱਤੇ, ਆਪ ਗੋਲੀਆਂ ਵਾਲੇ ਕੱਪੜੇ ਪਾ ਕਰਕੇ ਬੈਠ ਗਈ ਤੇ ਮਨ ਦੇ ਸੰਕਲਪ ਧਾਰਨ ਕਰ ਲਿਆ, ਜੇ ਸਤਿਗੁਰੂ ਸਾਹਿਬ ਜੀ ਪੂਰੇ ਹਨ ਤੇ ਮੇਰੀ ਪਹਿਚਾਨ ਕਰਨ। ਬਾਲਾ ਪ੍ਰੀਤਮ ਜੀ ਰਾਣੀਆਂ ਵੱਲ ਤੁਰੇ ਗਏ, ਜਿੱਥੇ ਪਟਰਾਣੀ ਫੜੇ ਪੁਰਾਣੇ ਗੋਲੀਆਂ ਵਾਲੇ ਬਸਤਰ ਪਾ ਕੇ ਬੈਠੀ ਸੀ, ਮਹਾਰਾਜ ਗੋਦੀ ਦੇ ਵਿੱਚ ਬੈਠ ਗਏ। ਮਾਂ ਕਹਿ ਕੇ ਨਵਾਜਿਆ। ਰਾਣੀ ਦਾ ਜੋ ਹੈ ਹਿਰਦਾ ਉਹ ਭਰ ਆਇਆ, ਨੇਤਰਾਂ ਵਿੱਚੋਂ ਜਲ ਚੱਲਿਆ, ਕਿਉਂਕਿ ਰਾਜਾ ਜੈ ਸਿੰਘ ਦੇ ਘਰ ਔਲਾਦ ਨਹੀਂ ਸੀ। ਸਤਿਗੁਰੂ ਸਾਹਿਬਾਂ ਨੇ ਐਸੀ ਕਿਰਪਾ ਕੀਤੀ, ਜੋ ਰਾਣੀ ਨੂੰ ਫਿਰ ਪੁੱਤਰ ਦੀ ਦਾਤ ਵੀ ਮਹਾਰਾਜ ਨੇ ਬਖਸ਼ਿਸ਼ ਕੀਤੀ। ਸਮਾਂ ਪਾ ਕਰਕੇ ਰਾਜਾ ਜੈ ਸਿੰਘ ਦੇ ਘਰ ਪੁੱਤਰ ਹੋਇਆ। ਇਸੇ ਤਰ੍ਹਾਂ ਬੇਅੰਤ ਕੌਤਕ ਜੋ ਔਰੰਗਜ਼ੇਬ ਦਾ ਸਾਹਿਬਜ਼ਾਦਾ ਬਹਾਦਰ ਸ਼ਾਹ ਜੋ ਛੋਟੀ ਅਵਸਥਾ ਦੇ ਵਿੱਚ ਸੀ, ਸਤਿਗੁਰੂ ਸਾਹਿਬਾਂ ਦੇ ਦਰਸ਼ਨਾਂ ਨੂੰ ਆਇਆ। ਮਹਾਰਾਜ ਨੇ ਬਾਗ ਦੇ ਵਿੱਚੋਂ ਜੋ ਹਨ ਮੇਵੇ ਖਵਾਉਣੇ ਕੀਤੇ। ਅਗਲੇ ਦਿਨ ਫਿਰ ਔਰੰਗਜ਼ੇਬ ਦੇ ਕੋਲੋਂ ਬਹਾਦਰ ਸ਼ਾਹ ਮੇਵਿਆਂ ਦੀ ਮੰਗ ਕਰਦਾ ਹੈ, ਤਾਂ ਔਰੰਗਜ਼ੇਬ ਉਸੇ ਬਾਗ ਦੇ ਵਿੱਚ ਭੇਜ ਦਿੰਦਾ ਹੈ, ਜਿੱਥੋਂ ਕੱਲ ਮੇਵੇ ਖਾਧੇ ਹਨ ਉੱਥੋਂ ਜਾ ਕਰਕੇ ਤਾਜ਼ੇ ਤੋੜ ਕਰਕੇ ਫਿਰ ਖਾ ਲੈ। ਜਦੋਂ ਫਿਰ ਬਾਗ ਦੇ ਵਿੱਚ ਆਇਆ ਤਾਂ ਮੇਵੇ ਜਿਹੜੇ ਪਦਾਰਥ ਹਨ ਉਹ ਬਾਗ ਦੇ ਵਿੱਚ ਇੱਕ ਵੀ ਪ੍ਰਾਪਤ ਨਾ ਹੋਇਆ। ਨਿਰਾਸ਼ਾ ਹੋ ਕਰਕੇ ਬਹਾਦਰ ਸ਼ਾਹ ਛੋਟੀ ਅਵਸਥਾ ਦੇ ਵਿੱਚ ਗਿਆ, ਸਤਿਗੁਰੂ ਸਾਹਿਬਾਂ ਦੇ ਕੋਲ ਪਹੁੰਚਿਆ। ਮਹਾਰਾਜ ਨੇ ਫਿਰ ਕਿਰਪਾ ਕੀਤੀ, ਬੇਅੰਤ ਰਹਿਮਤਾਂ ਵਰਸਾਈਆਂ। ਗੁਰੂ ਨਾਨਕ ਦੇ ਘਰ ਦੀਆਂ ਕਿਰਪਾ ਬਹਾਦਰ ਸ਼ਾਹ ਉੱਤੇ ਹੋਈਆਂ। ਔਰੰਗਜ਼ੇਬ ਨੇ ਬੇਨਤੀ ਕੀਤੀ, ਮਹਾਰਾਜ ਮੈਂ ਤੁਹਾਡੇ ਦਰਸ਼ਨ ਦਿਦਾਰੇ ਕਰਨੇ ਹਨ। ਸਤਿਗੁਰੂ ਸਾਹਿਬਾਂ ਨੇ ਲਿਖ ਕਰਕੇ ਭਜਵਾ ਦਿੱਤਾ ਕਿ ਮਲੇਸ਼ ਕੋ ਨਹਿ ਦਰਸ਼ਨ ਦੇ ਹੈ। ਇਹ ਸਤਵੇਂ ਪਾਤਸ਼ਾਹ ਸਾਡੇ ਪਿਤਾ ਦਾ ਹੁਕਮ ਹੈ, ਤੂੰ ਮਹਾ ਪਾਪੀ ਹੈ, ਤੈਨੂੰ ਦਰਸ਼ਨ ਨਹੀਂ ਦੇਣੇ। ਇਸ ਤਰ੍ਹਾਂ ਦੇ ਬਚਨ ਕੀਤੇ। ਇਧਰੋਂ ਸ਼ਹਿਰ ਦੇ ਵਿੱਚ ਪਲੇਗ ਦੀ ਬਿਮਾਰੀ ਫੈਲ ਗਈ। ਸਤਿਗੁਰੂ ਸਾਹਿਬਾਂ ਦੇ ਕੋਲ ਜੀਵ ਆਉਂਦੇ ਹਨ, ਰਾਜੀ ਹੋ ਕਰਕੇ ਜਾਂਦੇ ਹਨ। ਤਾਂ ਉਪਰੰਤ ਰਾਜਾ ਜੈ ਸਿੰਘ ਨੇ ਬੇਨਤੀ ਕੀਤੀ, ਮਹਾਰਾਜ ਸੰਗਤ ਦੀ ਬੜੀ ਦੁਖੀਆਂ ਦੀ ਬੜੀ ਭੀੜ ਹੈ, ਸਾਰਾ ਸ਼ਹਿਰ ਹੀ ਆਪਦੇ ਚਰਨਾਂ ਵੱਲ ਢਹਿ ਪਿਆ ਹੈ। ਮਹਾਰਾਜ ਨੇ ਇੱਕ ਚਬੱਚਾ ਬਣਵਾਇਆ। ਚਬੱਚੇ ਦੇ ਵਿੱਚ ਆਪਣੇ ਜੋ ਹਨ ਚਰਨ ਮਹਾਰਾਜ ਨੇ ਪਾ ਕਰਕੇ ਕੱਢ ਲੈ ਤੇ ਬਚਨ ਕੀਤਾ, ਜਿਹੜਾ ਇੱਥੋਂ ਚੁੱਲ੍ਹਾ ਲੈ ਕਰਕੇ ਜਾਵੇਗਾ ਉਹਦੀ ਬਿਮਾਰੀ ਠੀਕ ਹੁੰਦੀ ਜਾਵੇਗੀ। ਸਤਿਗੁਰੂ ਸਾਹਿਬਾਂ ਦਾ ਬਚਨ ਮੰਨਦਿਆਂ ਸ਼ਹਿਰ ਨਿਵਾਸੀ ਚੁੱਲ੍ਹੇ ਲੈ ਕਰਕੇ ਉੱਥੋਂ ਠੀਕ ਹੋਏ। ਉਪਰੰਤ ਸ਼ਹਿਰ ਦੇ ਵਿੱਚ ਬਿਮਾਰੀ ਜ਼ਿਆਦੀ ਚੇਚਕਦੀ ਫੈਲੀ ਹੋਈ ਸੀ, ਜਿੰਦਾ ਪ੍ਰਭਾਵ ਸਤਿਗੁਰੂ ਸਾਹਿਬਾਂ ਦੇ ਉੱਤੇ ਵੀ ਪੈ ਗਿਆ। ਮਹਾਰਾਜ ਨੇ ਜੋ ਆਪਣਾ ਉਤਾਰਾ ਹੈ, ਫਿਰ ਜੋ ਦਿੱਲੀ ਦੇ ਵਿੱਚ ਨਦੀ ਚੱਲਦੀ ਹੈ ਜਮਨਾ ਦੇ ਕੰਢੇ ਦੇ ਉੱਤੇ, ਜਿੱਥੇ ਗੁਰਦੁਆਰਾ ਬਾਲਾ ਸਾਹਿਬ ਸੁਭਾਇਮਾਨ ਉਸ ਸਥਾਨ 'ਤੇ ਕਰਵਾਇਆ। ਸਤਿਗੁਰੂ ਸਾਹਿਬਾਂ ਦੇ ਦਰਸ਼ਨ ਦਿਦਾਰਿਆਂ ਵਾਸਤੇ ਸੰਗਤ ਦੀ ਭੀੜ ਲੱਗੀ। ਮਹਾਰਾਜ ਦੇ ਕੋਲ ਸੰਗਤ ਨੇ ਬੇਨਤੀ ਕੀਤੀ, ਮਹਾਰਾਜ ਜੀ ਆਪ ਛੋਟੀ ਅਵਸਥਾ ਦੇ ਸੱਚਖੰਡ ਨੂੰ ਜਾਣ ਲੱਗੇ ਹੋ ਤੇ ਜਿੰਨੇ ਵੀ ਪਾਤਸ਼ਾਹ ਅੱਗੇ ਹੋਏ ਹਨ ਗੁਰਤਾ ਗੱਦੀ ਦਾ ਵਾਰਸ ਸੌਂਪ ਕਰਕੇ ਜਾਂਦੇ ਹਨ, ਆਪ ਜੀ ਕਿਰਪਾ ਕਰੋ। ਮਹਾਰਾਜ ਨੇ ਬਚਨ ਕੀਤਾ, ਗੁਰੂ ਬਾਬਾ ਬਕਾਲੇ, ਕਿ ਜਿਹੜਾ ਹੋਣ ਵਾਲਾ ਗੁਰੂ ਬਾਬਾ ਹੈ ਉਹ ਬਕਾਲੇ ਦੀ ਧਰਤੀ ਉੱਤੇ ਹੈ। ਇਸੇ ਤਰ੍ਹਾਂ ਜਦੋਂ ਸੰਗਤ ਨੇ ਹੱਠ ਕੀਤਾ ਤੇ ਮਹਾਰਾਜ ਕਹਿਣ ਲੱਗੇ, 5-5 ਜਣਿਆਂ ਦਾ ਜਥਾ ਬਣਾ ਕੇ ਅੰਦਰ ਆਉਂਦੇ ਜਾਓ, ਦਰਸ਼ਨ ਕਰਕੇ ਤੰਬੂ ਦੇ ਦੂਜੇ ਪਾਸੋਂ ਬਾਹਰ ਹੁੰਦੇ ਜਾਓ। ਇਸੇ ਤਰ੍ਹਾਂ ਜਦੋਂ ਸਾਰਾ ਦਿਨ ਸੰਗਤ ਦਰਸ਼ਨ ਦਿਦਾਰੇ ਕਰਦੀ ਰਹੀ, ਰਾਤ ਦੇ ਦੀਵਾਨ ਸਜੇ ਮਹਾਰਾਜ ਨੇ ਕੀਰਤਨ ਨਿਰੰਤਰ ਜਾਰੀ ਰੱਖਣ ਦਾ ਹੁਕਮ ਕੀਤਾ। ਆਪ ਚੌਂਕੜਾ ਲਾ ਕਰਕੇ ਸਰਵਣ ਕਰਦੇ ਰਹੇ। ਅੱਧੀ ਰਾਤ ਨੂੰ
1 ਕੁ ਵਜੇ ਦੇ ਕਰੀਬ ਜੋ ਸਮਾਂ ਗਿਣ ਲਈਏ, ਸਤਿਗੁਰੂ ਸਾਹਿਬਾਂ ਨੇ ਆਪਣੇ ਪਾਵਨ ਪਵਿੱਤਰ ਸੁਖ ਸਥਾਨ ਉੱਤੇ ਤੈਅ ਕਰਕੇ ਉੱਤੇ ਚਾਦਰ ਨੂੰ ਓੜ ਲਿਆ, ਸਹਿਜੇ ਹੀ ਸਰੀਰ ਦਾ ਤਿਆਗ ਕਰ ਦਿੱਤਾ, ਜਿਸ ਤਰ੍ਹਾਂ ਜਲ ਦੇ ਜਲ ਸਮਾ ਜਾਂਦਾ ਹੈ। ਸੋ ਐਸੇ ਸਤਿਗੁਰੂ ਸਾਹਿਬਾਂ ਨੇ ਬੇਅੰਤ ਕਿਰਪਾਵਾਂ ਕੀਤੀਆਂ, ਜੀਵਾਂ ਦਾ ਉਧਾਰ ਕੀਤਾ। ਪੰਜੋਖੜਾ ਸਾਹਿਬ ਦੀ ਧਰਤੀ ਉੱਤੇ ਲਾਲ ਚੰਦ ਬਾਹਮਣ ਦਾ ਜੋ ਹੈ ਹੰਕਾਰ ਤੋੜਿਆ। ਛੱਜੂ ਝੀਵਰ ਜਿਹੜਾ ਜ਼ਬਾਨ ਤੋਂ ਗੂੰਗਾ ਤੇ ਕੰਨਾਂ ਤੋਂ ਬੋਲਾ ਸੀ, ਮਹਾਰਾਜ ਨੇ ਆਪਣੇ ਕਰ ਕਮਲਾਂ ਵਾਲੀ ਫੁੱਲਾਂ ਵਾਲੀ ਛੜੀ ਜਦੋਂ ਦੇ ਸਿਰ ਉੱਤੇ ਰੱਖੀ ਤੋ 4 ਵੇਦਾਂ ਦਾ ਗਿਆਤਾ ਹੋ ਗਿਆ। ਬ੍ਰਹਮ ਗਿਆਨ ਦੀ ਅਵਸਥਾ ਨੂੰ ਬਖਸ਼ਿਸ਼ ਕਰ ਦਿੱਤੀ ਮਹਾਰਾਜ ਨੇ। ਐਸੀਆਂ ਰਹਿਮਤਾਂ ਵਰਸਾਉਣ ਵਾਲੇ ਦਾਤਾ ਬਾਲਾ ਪ੍ਰੀਤਮ ਜੀ ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੇ ਸਭ ਦੁੱਖ ਜਾਏ, ਜਿਨ੍ਹਾਂ ਦੇ ਪ੍ਰਥਾਏ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਬਚਨ ਚੰਡੀ ਦੀ ਵਾਰ ਦੇ ਵਿੱਚ ਜੋ ਕਹੇ ਹਨ, ਜਿਨ੍ਹਾਂ ਨੂੰ ਪਰਦਾਸ ਦੇ ਵਿੱਚ ਪੜ੍ਹਦੇ ਹਾਂ, ਐਸੇ ਦਾਤਾ ਨੂੰ ਧਿਆਉਂਦੇ ਨਾਲ ਸਰੀਰ ਦੇ ਮਨ ਦੇ ਤਨ ਦੇ ਜਿਹੜੇ ਹਨ ਉਹ ਦੁੱਖ ਦਲਿੱਦਰ ਅੱਜ ਵੀ ਦੂਰ ਹੁੰਦੇ ਹਨ। ਐਸੇ ਸਤਿਗੁਰੂ ਸਾਹਿਬਾਂ ਦਾ ਜੋ ਮਹਾਨ ਪ੍ਰਕਾਸ਼ ਦਿਹਾੜਾ ਹੈ, ਆਪ ਸੰਗਤਾਂ ਨੂੰ ਸਤਿਗੁਰੂ ਸਾਹਿਬਾਂ ਦੇ ਮਹਾਨ ਪ੍ਰਕਾਸ਼ ਦਿਹਾੜੇ ਦੀਆਂ ਬੇਅੰਤ ਵਧਾਈਆਂ ਹੋਣ ਜੀ। ਸਮੁੱਚੀਆਂ ਸੰਗਤਾਂ ਦੇ ਸਤਿਗੁਰੂ ਸਾਹਿਬ ਜੀ ਦੁੱਖ ਦਲਿੱਦਰ ਹਰਨਾ ਕਰਨ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ, ਆਉਣ ਵਾਲੇ ਸਮੇਂ ਸਹੇਲੇ ਬਖਸ਼ਿਸ਼ ਕਰਨ। ਗੁਰ ਜੀਵਨੀ ਉੱਤੇ ਵਿਚਾਰ ਕਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਤਰੁੱਟੀਆਂ ਰਹਿ ਗਈਆਂ ਹੋਣਗੀਆਂ। ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣਯੋਗ ਹੈ ਜੀ, ਬਖਸ਼ ਲੈਣਾ। ਅੱਗੇ ਤੋਂ ਸਮੱਤ ਬਖਸ਼ਿਸ਼ ਕਰਨੀ, ਲੇਖੇ ਕਤਿ ਨਾ ਛੂਟੀਐ, ਖਿਨ ਖਿਨ ਭੂਲਨਹਾਰ, ਬਖਸ਼ਨਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਆਓ ਗੁਰ ਮੰਤਰ ਦਾ ਜਾਪ ਕਰੀਏ, ਨਾਲ ਸਤਿਗੁਰੂ ਸਾਹਿਬਾਂ ਦੀ ਬਖਸ਼ਿਸ਼ ਕੜਾਹ ਪ੍ਰਸ਼ਾਦੀ ਦੇਗ ਵਰਤਾਈ ਜਾ ਰਹੀ ਹੈ ਜੀ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, 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 ਸਤਿਨਾਮ
ਸਤਨਾਮ ਵਾਹਿਗੁਰੂ। ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾ ਦਿਨ ਰਾਤ, ਗੁਣ ਗਾਵਾ ਦਿਨ ਰਾਤ। ਨਾਨਕ ਚਾਉ ਏਹੋ, ਨਾਨਕ ਚਾਉ ਏਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।